ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਅੱਜ ਮੈਂ ਤੁਹਾਨੂੰ ਦੋ ਕਹਾਣੀਆਂ ਸੁਣਾਉਂਗਾ ਔਰ ਦੋਨੇ ਕਹਾਣੀਆਂ ਭਾਰਤ ਦੀ ਸਿਖਰਲੀ ਅਦਾਲਤ ਜਾਂ ਭਾਰਤ ਦੀ ਜਿਹੜੀ ਸਭ ਤੋਂ ਉੱਚੀ ਜਾਂ ਵੱਡੀ ਅਦਾਲਤ ਆ ਜਾਂ ਜਿਹਨੂੰ ਅਸੀਂ ਸੁਪਰੀਮ ਕੋਰਟ ਕਹਿੰਦੇ ਆ ਉਸ ਦੇ ਨਾਲ ਸੰਬੰਧਿਤ ਆ। ਪਹਿਲੀ ਕਹਾਣੀ ਆ ਯੋਗਾ ਗੁਰੂ ਰਾਮਦੇਵ ਨੂੰ ਲੈ ਕੇ। ਬਾਬਾ ਰਾਮਦੇਵ ਵੀ ਕਹਿ ਦਿੰਦੇ ਆ, ਵੈਸੇ ਕਈ ਲੋਕ ਇਹਨਾਂ ਨੂੰ ਅੱਜ ਕੱਲ੍ਹ ਪਿਆਰ ਨਾਲ ਲਾਲਾ ਰਾਮਦੇਵ ਕਹਿੰਦੇ ਆ। ਕਹਿੰਦੇ ਪਿਛਲੇ ਕੁਝ ਸਮੇਂ ਤੋਂ ਇਹ ਯੋਗਾ ਗੁਰੂ ਘੱਟ ਤੇ ਵਪਾਰੀ ਵੱਧ ਬਣ ਗਏ ਨੇ, ਸੋ ਇਸ ਕਰਕੇ ਇਹ ਲਾਲਾ ਰਾਮਦੇਵ ਹੋ ਗਏ ਆ। ਬੀਤੇ ਕੱਲ ਯਾਨੀ ਕਿ ਮੰਗਲਵਾਰ ਨੂੰ 21 ਨਵੰਬਰ ਵਾਲੇ ਦਿਨ ਇਹਨਾਂ ਦੀ ਸੁਪਰੀਮ ਕੋਰਟ ਦੇ ਵਿੱਚ ਜੰਮ ਕੇ ਖਿਚਾਈ ਹੁੰਦੀ ਆ। ਔਰ ਖਿਚਾਈ ਇਸ ਗੱਲ ਤੇ ਹੁੰਦੀ ਆ, ਸੁਪਰੀਮ ਕੋਰਟ ਕਹਿੰਦਾ ਕਿ ਜਿਹੜੀਆਂ ਪਤੰਜਲੀ ਆਯੁਰਵੇਦ ਦੀਆਂ ਦਵਾਈਆਂ ਦੀ ਇਹ ਮਸ਼ਹੂਰੀ ਕਰਦੇ ਨੇ ਰਾਮਦੇਵ, ਤੇ ਨਾਲ ਹੀ ਮਾਡਰਨ ਮੈਡੀਸਨ ਨੂੰ, ਜਿਸ ਨੂੰ ਅਸੀਂ ਅੰਗਰੇਜ਼ੀ ਦਵਾਈਆਂ ਜਾਂ ਇੰਗਲਿਸ਼ ਮੈਡੀਸਨ ਕਹਿੰਦੇ ਆ, ਜਿਸ ਤਰ੍ਹਾਂ ਉਹਨਾਂ ਦਾ ਦੁਸ਼ਪ੍ਰਚਾਰ ਕਰਦੇ ਆ ਜਾਂ ਜਿਸ ਤਰ੍ਹਾਂ ਉਹਨਾਂ ਬਾਰੇ ਮਿਸਲੀਡਿੰਗ ਇਨਫੋਰਮੇਸ਼ਨ ਦਿੰਦੇ ਆ, ਇਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕੀਤਾ ਜਾਵੇ, ਨਹੀਂ ਤਾਂ ਤੁਹਾਨੂੰ ਭਾਰੀ ਜੁਰਮਾਨਾ ਕਰਾਂਗੇ। ਤੇ ਰਾਮਦੇਵ ਦੇ ਵਕੀਲ ਨਾਲ ਹੀ ਮੰਨ ਗਏ, ਕਹਿੰਦੇ ਠੀਕ ਹੈ ਜੀ, ਅਸੀਂ ਹੁਣੇ ਬੰਦ ਕਰ ਦਿੰਦੇ ਹਾਂ। ਸਾਰਾ ਮਾਮਲਾ ਹੈ ਕੀ ਆ, ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ। ਤੇ ਇਸੇ ਸਿਖਰਲੀ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਜਦੋਂ ਕਿਸਾਨਾਂ ਦੇ ਮਾਮਲੇ ਤੇ ਗੱਲ ਕਰਦਾ ਜਾਂ ਕਿਸਾਨਾਂ ਦੇ ਪਰਾਲੀ ਸਾੜਨ ਦੇ ਮਾਮਲੇ ਦੀ ਗੱਲ ਕਰਦਾ, ਉੱਥੇ ਇਹਨਾਂ ਦੀਆਂ ਜਿਹੜੀਆਂ ਟਿੱਪਣੀਆਂ ਆ ਰਹੀਆਂ ਨੇ, ਆਬਜ਼ਰਵੇਸ਼ਨਸ ਆ ਰਹੀਆਂ ਨੇ, ਸਟੇਟਮੈਂਟਸ ਆ ਰਹੀਆਂ ਨੇ, ਉਹ ਬਹੁਤ ਉਲਝਾਊ ਨੇ, ਕਨਫਿਊਜ਼ਿੰਗ ਨੇ, ਕੰਟਰਾਡਿਕਟਰੀ ਨੇ, ਵਿਰੋਧਾਭਾਸ ਆ ਉਹਨਾਂ ਦੇ ਵਿੱਚ। ਕਿਉਂਕਿ ਇੱਕ ਪਾਸੇ ਤਾਂ ਇਹ ਕਹਿ ਰਹੇ ਆ ਜਿਹੜੇ ਕਿਸਾਨ ਪਰਾਲੀ ਸਾੜਨ ਲਈ ਮਜਬੂਰ ਆ ਉਹਨਾਂ ਨੂੰ ਖਲਨਾਇਕ ਨਾ ਬਣਾਓ, ਉਹਨਾਂ ਨੂੰ ਵਿਲਨ ਨਾ ਬਣਾਓ। ਪਰ ਦੂਸਰੇ ਪਾਸੇ ਇਹੀ ਸੁਪਰੀਮ ਕੋਰਟ ਕਹਿ ਰਿਹਾ, ਕਹਿੰਦੇ ਜੇ ਹਟਦੇ ਨਹੀਂ ਪਰਾਲੀ ਸਾੜਨ ਤੋਂ ਤਾਂ ਫਿਰ ਇਹਨਾਂ ਦੀ MSP ਬੰਦ ਕਰ ਦਿਓ ਤੇ ਨਾਲ ਹੀ ਇਹਨਾਂ ਦੀ ਸਬਸਿਡੀ ਵੀ ਬੰਦ ਕਰ ਦਿਓ। ਇੰਨੀ ਕਨਫਿਊਜ਼ਨ ਕਿਉਂ ਆ, ਇਸ ਮਾਮਲੇ ਨੂੰ ਵੀ ਸਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਬਾਬਾ ਰਾਮਦੇਵ ਦੀ ਕੰਪਨੀ ਆ ਪਤੰਜਲੀ। ਪਤੰਜਲੀ ਆਯੁਰਵੇਦ ਦੀਆਂ ਦਵਾਈਆਂ ਬਣਾਉਂਦੇ ਆ, ਹਰਬਲ ਦਵਾਈਆਂ ਬਣਾਉਂਦੇ ਆ। ਦਾਵਾ ਇਹਨਾਂ ਦਾ ਇਹ ਆ ਕਿ ਅਸੀਂ ਜੜੀ ਬੂਟੀਆਂ ਤੋਂ ਦਵਾਈਆਂ ਬਣਾਉਂਦੇ ਆ। ਇਸ ਰਾਮਦੇਵ ਦੀ ਪਤੰਜਲੀ ਕੰਪਨੀ ਨੂੰ ਘੇਰ ਲਿਆ ਸੁਪਰੀਮ ਕੋਰਟ ਨੇ। ਸੁਪਰੀਮ ਕੋਰਟ ਦੇ ਡਿਵੀਜ਼ਨ ਬੈਂਚ ਨੇ ਜਸਟਿਸ ਇਹਮਾਨੁਦੀਨ ਅਮਾਨੁੱਲਾ ਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਨੇ। ਕਹਿੰਦੇ ਜਿਹੜੀਆਂ ਤੁਸੀਂ ਮਸ਼ਹੂਰੀਆਂ ਦੇ ਰਹੇ ਹੋ ਪਿਛਲੇ ਦਿਨਾਂ ਦੇ ਦੌਰਾਨ, ਖਾਸ ਤੌਰ ਤੇ ਆਪਣੀਆਂ ਦਵਾਈਆਂ ਨੂੰ ਲੈ ਕੇ, ਤੇ ਨਾਲ ਦੀ ਨਾਲ ਜਿਸ ਤਰ੍ਹਾਂ ਦੀਆਂ ਤੁਸੀਂ ਗੁੰਮਰਾਹ ਕਰਨ ਵਾਲੀਆਂ ਟਿੱਪਣੀਆਂ ਜਾਂ ਮਸ਼ਹੂਰੀਆਂ ਦੇ ਰਹੇ ਹੋ ਮਾਡਰਨ ਮੈਡੀਸਨ ਨੂੰ ਲੈ ਕੇ, ਐਲੋਪੈਥੀ ਨੂੰ ਲੈ ਕੇ, ਅੰਗਰੇਜ਼ੀ ਦਵਾਈਆਂ ਨੂੰ ਲੈ ਕੇ, ਇਸ ਚੀਜ਼ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰੋ। ਕਿਉਂਕਿ ਤੁਹਾਡੇ ਦਾਅਵਿਆਂ ਦੇ ਵਿੱਚ ਕੋਈ ਵੀ ਸਾਇੰਟੀਫਿਕ ਪ੍ਰਮਾਣ ਨਹੀਂ ਆ, ਕਿਉਂਕਿ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਆ, ਕੋਈ ਐਵੀਡੈਂਸ ਨਹੀਂ ਆ। ਸੋ ਇਸ ਕਰਕੇ ਤੁਸੀਂ ਇਹਨਾਂ ਨੂੰ ਬੰਦ ਕਰੋ। ਤੇ ਜੇ ਨਾ ਤੁਸੀਂ ਬੰਦ ਕਰੋਗੇ ਤੇ ਹੋ ਸਕਦਾ ਤੁਹਾਡੇ ਹਰ ਇੱਕ ਪ੍ਰੋਡਕਟ ਤੇ, ਹਰ ਇੱਕ ਜਿਹੜੀ ਤੁਸੀਂ ਦਵਾਈ ਪੈਦਾ ਕਰਦੇ ਹੋ ਇਸ ਕੰਪਨੀ ਤੋਂ, ਉਸ ਉੱਤੇ 1 ਕਰੋੜ ਰੁਪਏ ਦਾ ਪ੍ਰਤੀ ਪ੍ਰੋਡਕਟ ਅਸੀਂ ਜੁਰਮਾਨਾ ਲਾਵਾਂਗੇ। ਜਦੋਂ ਇਹ ਗੱਲ ਆਈ ਤੇ ਨਾਲ ਦੀ ਨਾਲ ਤੁਸੀਂ ਦੇਖੋ ਇਹਨਾਂ ਨੂੰ ਰਿਪਰੈਜ਼ੈਂਟ ਕੌਣ ਕਰ ਰਹੇ ਸੀ, ਇਹ ਵੀ ਬੜੀ ਹੈਰਾਨ ਕਰਨ ਵਾਲੀ ਗੱਲ ਆ। ਐਡੀਸ਼ਨਲ ਸੋਲਿਸਿਟਰ ਜਨਰਲ KM ਨਟਰਾਜ ਭਾਰਤ ਸਰਕਾਰ ਦੇ, ਤੇ ਇਹਨਾਂ ਨੇ ਨਾਲ ਦੀ ਨਾਲ ਹੀ ਕਹਿਤਾ ਕਿ ਅਸੀਂ ਤਾਂ ਜੀ ਹੁਣ ਬੰਦ ਕਰ ਦਾਂਗੇ। ਕਹਿੰਦੇ ਜਿਹੜੇ ਤੁਹਾਡੇ ਕਿਉਰ ਕਰਨ ਦੇ, ਇਹ ਸੁਪਰੀਮ ਕੋਰਟ ਨੇ ਗੱਲ ਕਹੀ ਆ ਕਿ ਜਿਹੜੇ ਤੁਸੀਂ ਕਹਿੰਦੇ ਹੋ ਕਿ ਅਸੀਂ ਇਹਨਾਂ ਦਵਾਈਆਂ ਨਾਲ ਇਲਾਜ ਕਰ ਦਾਂਗੇ ਜਾਂ ਲੋਕ ਠੀਕ ਹੋ ਜਾਣਗੇ, ਇਹ ਵੀ ਗੁੰਮਰਾਹ ਕਰਨ ਵਾਲੇ ਨੇ। ਸੋ ਇਸ ਕਰਕੇ ਇਮੀਡੀਏਟਲੀ ਔਰ ਅੱਜ ਤੋਂ ਬਾਅਦ ਤੁਸੀਂ ਮਾਡਰਨ ਮੈਡੀਸਨ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕੈਜੂਅਲ ਸਟੇਟਮੈਂਟ ਯਾਨੀ ਕਿ ਬਗੈਰ ਸੋਚੇ ਸਮਝੇ ਤੁਸੀਂ ਕੋਈ ਵੀ ਸਟੇਟਮੈਂਟ ਜਾਰੀ ਨਹੀਂ ਕਰੋਗੇ। ਇਸ ਤੋਂ ਬਾਅਦ ਇਹਨਾਂ ਨੇ ਇਹ ਗੱਲ ਮੰਨੀ ਉੱਥੇ, ਯਾਨੀ ਕਿ ਰਾਮਦੇਵ ਦੀ ਇਸ ਕੰਪਨੀ ਪਤੰਜਲੀ ਨੇ ਇਹ ਗੱਲ ਮੰਨੀ ਕਿ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਰਾਂਗੇ, ਅੱਗੇ ਤੋਂ ਅਸੀਂ ਇੱਥੇ ਹੀ ਸਾਰਾ ਕੁਝ ਰੋਕ ਦਿੰਦੇ ਆ। ਵੈਸੇ ਇਸੇ ਕੋਰਟ ਨੇ, ਸੁਪਰੀਮ ਕੋਰਟ ਨੇ ਹੁਣ 5 ਫਰਵਰੀ ਸਨ 2024 ਦੀ ਅਗਲੀ ਤਾਰੀਖ ਦਿੱਤੀ ਆ ਕਿ ਉਸ ਦਿਨ ਅਸੀਂ ਫੇਰ ਸੁਣਵਾਈ ਕਰਾਂਗੇ। ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ IMA ਜਿਹਦੀ ਮੈਂਬਰਸ਼ਿਪ ਡਾਕਟਰਸ ਲੈਂਦੇ ਨੇ,
ਡਾਕਟਰਸ ਦੀ ਇਹ IMA ਹੁੰਦੀ ਹੈ, ਇਹ ਇੱਕ ਜਥੇਬੰਦੀ ਹੈ, ਐਸੋਸੀਏਸ਼ਨ ਆ, ਆਰਗੇਨਾਈਜੇਸ਼ਨ ਆ। ਇਹਨਾਂ ਨੇ ਹੀ ਕੇਸ ਕੀਤਾ ਸੀ, ਇਹੀ ਸੁਪਰੀਮ ਕੋਰਟ ਗਏ ਸੀ ਔਰ ਇਹੀ ਡਿਮਾਂਡ ਕਰ ਰਹੇ ਸੀ ਕਿ ਰਾਮਦੇਵ ਜਾਂ ਇਸ ਦੀ ਕੰਪਨੀ ਦੇ ਖਿਲਾਫ ਜਿਸ ਤਰ੍ਹਾਂ ਦਾ ਇਹ ਪ੍ਰਚਾਰ ਕਰ ਰਹੇ ਨੇ, ਦੁਸ਼ਪ੍ਰਚਾਰ ਕਰ ਰਹੇ ਨੇ, ਖਾਸ ਤੌਰ ਤੇ ਮਾਡਰਨ ਮੈਡੀਸਨ ਨੂੰ ਲੈ ਕੇ, ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ। ਵੈਸੇ ਰਾਮਦੇਵ ਦੇ ਦਾਅਵੇ ਬੜੇ ਹੁੰਦੇ ਨੇ, ਪਰ ਕੀ ਇਹਨਾਂ ਦਾਅਵਿਆਂ ਦੇ ਵਿੱਚ ਕੋਈ ਸੱਚਾਈ ਹੁੰਦੀ ਆ? ਆਪਣੀ ਜਦੋਂ ਇਹਨਾਂ ਤੋਂ ਕੁਆਲੀਫਿਕੇਸ਼ਨ ਪੁੱਛੋ ਤੇ ਇਹ ਸਿਰਫ ਤਜਰਬੇ ਦੀ ਗੱਲ ਕਰਦੇ ਆ। ਕੀ ਇਹਨਾਂ ਦੀ ਅਧਿਕਾਰਿਕ ਤੌਰ ਤੇ ਇਹਨਾਂ ਦਵਾਈਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੁਆਲੀਫਿਕੇਸ਼ਨ ਹੈ? ਇਹ ਸਵਾਲ ਵੀ ਪੁੱਛਿਆ ਗਿਆ। ਵੈਸੇ ਮੈਨੂੰ ਯਾਦ ਆ ਕਿ ਇਹ ਪਹਿਲੀ ਵਾਰੀ ਨਹੀਂ ਹੈ ਸੁਪਰੀਮ ਕੋਰਟ ਨੇ ਰਾਮਦੇਵ ਜਾਂ ਇਹਨਾਂ ਦੀ ਕੰਪਨੀ ਦੀ ਖਿਚਾਈ ਕੀਤੀ ਹੋਵੇ। ਸਨ 2022 ਦੇ ਵਿੱਚ ਜਿਹੜੇ ਸਾਬਕਾ ਚੀਫ ਜਸਟਿਸ ਸੀ NV ਰਮੰਨਾ, ਉਹਨਾਂ ਨੇ ਵੀ ਇਹ ਖਿਚਾਈ ਕੀਤੀ ਸੀ ਰਾਮਦੇਵ ਦੀ। ਕਹਿੰਦੇ ਤੁਹਾਨੂੰ ਹੋ ਕੀ ਗਿਆ? ਤੁਸੀਂ ਤਾਂ ਲੋਕਾਂ ਨੂੰ ਯੋਗਾ ਸਿਖਾਉਂਦੇ ਹੁੰਦੇ ਸੀ ਤੇ ਤੁਸੀਂ ਜਿਹੜਾ ਇਹ ਪ੍ਰਚਾਰ ਕਰਦੇ ਹੋ ਖਾਸ ਤੌਰ ਤੇ ਦੂਸਰਿਆਂ ਨੂੰ ਲੈ ਕੇ, ਖਾਸ ਤੌਰ ਤੇ ਮਾਡਰਨ ਮੈਡੀਸਨ ਨੂੰ ਲੈ ਕੇ, ਜੇ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਪ੍ਰਮਾਣ ਨਹੀਂ ਆ ਤੇ ਇਹ ਤੁਸੀਂ ਪ੍ਰਚਾਰ ਕਰਦੇ ਕਿਸ ਤਰ੍ਹਾਂ ਹੋ? ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅਕਸਰ ਸੁਣਵਾਈ ਹੁੰਦੀ ਸੀ ਔਰ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਸੀ। ਇਹ ਤਾਂ ਖੈਰ ਹੁਣ ਵੀ ਗੱਲ ਆਈ ਆ ਬੀਤੇ ਕੱਲ, ਕਹਿੰਦੇ ਦਰਅਸਲ ਮਾਮਲਾ ਐਲੋਪੈਥੀ ਵਰਸਸ ਆਯੁਰਵੇਦ ਦਾ ਨਹੀਂ ਆ, ਆਪਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਆ। ਤੁਸੀਂ ਇਹ ਦਾਅਵੇ ਕਿਸ ਤਰ੍ਹਾਂ ਕਰ ਰਹੇ ਹੋ? IMA ਨੇ ਇੱਕ ਗੱਲ ਹੋਰ ਦੱਸੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਕਹਿੰਦੀ ਕਿ ਇੱਕ ਆਯੂਸ਼ ਮੰਤਰਾਲਾ, ਯੂਨੀਅਨ ਮਿਨਿਸਟਰੀ ਦਾ, ਕੇਂਦਰ ਸਰਕਾਰ ਦਾ ਇੱਕ ਮੰਤਰਾਲਾ, ਇੱਕ ਮਿਨਿਸਟਰੀ ਆ, ਉਹਨੇ ਇੱਕ MOU ਸਾਈਨ ਕੀਤਾ ਹੋਇਆ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਆਪਸ ਦੇ ਵਿੱਚ ਸਮਝੌਤਾ ਕੀਤਾ ਹੋਇਆ। ਕਿਹਦੇ ਨਾਲ ਇਹ ਸਮਝੌਤਾ ਹੋਇਆ? ਐਡਵਰਟਾਈਜ਼ਿੰਗ ਸਟੈਂਡਰਡ ਕਾਉਂਸਲ ਆਫ ਇੰਡੀਆ। ਇਹਨਾਂ ਦਾ ਕੰਮ ਕੀ ਹੁੰਦਾ? ਇਹਨਾਂ ਮਸ਼ਹੂਰੀਆਂ ਉੱਤੇ ਇੱਕ ਤਰ੍ਹਾਂ ਨਜ਼ਰ ਰੱਖਣੀ ਕਿ ਕੀ ਕਿਤੇ ਕੋਈ ਮਸ਼ਹੂਰੀ ਗੁੰਮਰਾਹਕੁਨ ਤਾਂ ਨਹੀਂ ਹੈ, ਕਿਤੇ ਉਹ ਲੋਕਾਂ ਨੂੰ ਮਿਸਲੀਡ ਤਾਂ ਨਹੀਂ ਕਰ ਰਹੀ, ਉਸ ਉੱਤੇ ਇਹਨਾਂ ਨੇ ਨਜ਼ਰ ਰੱਖਣੀ ਹੁੰਦੀ ਹੈ। ਇਸ ਦੇ ਬਾਵਜੂਦ ਆਯੂਸ਼ ਡਰੱਗਸ ਜਾਂ ਜਿਹੜਾ ਮੰਤਰਾਲਾ, ਇਹਨਾਂ ਨੇ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਨਜ਼ਰ ਨਹੀਂ ਰੱਖੀ ਤੇ ਨਾਲ ਦੀ ਨਾਲ ਰਾਮਦੇਵ ਧੜੱਲੇ ਨਾਲ, ਜਾਂ ਰਾਮਦੇਵ ਦੀ ਜਿਹੜੀ ਕੰਪਨੀ ਆ ਉਹ ਧੜੱਲੇ ਦੇ ਨਾਲ ਜਾਂ ਇੰਪਿਊਨਿਟੀ ਦੇ ਨਾਲ ਤੁਸੀਂ ਕਹਿ ਸਕਦੇ ਹੋ, ਇਹਨਾਂ ਸਾਰੇ ਕਾਇਦੇ ਕਾਨੂੰਨਾਂ ਦਾ ਮਜ਼ਾਕ ਉਡਾ ਰਹੀ ਹੈ ਜਾਂ ਉਲੰਘਣਾ ਕਰ ਰਹੀ ਹੈ। ਇਹ ਵੀ ਗੱਲ ਉਹਨਾਂ ਨੇ ਸਾਰੀ ਗੱਲ ਕਹੀ ਆ। ਪਿਛਲੇ ਸਾਲ ਦਿੱਲੀ ਹਾਈ ਕੋਰਟ ਨੇ ਵੀ ਇਸੇ ਰਾਮਦੇਵ ਜਾਂ ਇਹਨਾਂ ਦੀ ਕੰਪਨੀ ਪਤੰਜਲੀ ਨੂੰ ਕਿਹਾ ਸੀ, ਦਿੱਲੀ ਹਾਈ ਕੋਰਟ ਨੇ, ਕਿ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ, ਪਰ ਇਹ ਬੰਦ ਹੋਏ ਨਹੀਂ। ਕਾਰਨ ਇਹ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਜਿਹੜੇ ਰਾਮਦੇਵ ਨੇ, ਜਿਨ੍ਹਾਂ ਨੂੰ ਬਾਬਾ ਰਾਮਦੇਵ ਕਹਿੰਦੇ ਆ, ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਨਜ਼ਦੀਕੀਆਂ ਨੂੰ ਸਾਰੇ ਸਮਝਦੇ ਨੇ। ਤੁਸੀਂ ਯਾਦ ਕਰੋ ਜਦੋਂ COVID-19 ਵਾਇਰਸ, ਕਰੋਨਾ ਵਾਇਰਸ ਜਿਹਨੂੰ ਅਸੀਂ ਕਹਿੰਦੇ ਆ, ਉਸ ਟਾਈਮ ਫੈਲਿਆ ਹੋਇਆ ਸੀ ਤੇ ਇਸ ਕਾਲ ਦੇ ਦੌਰਾਨ ਜੂਨ ਸਨ 2020 ਦੇ ਵਿੱਚ ਇਹਨਾਂ ਨੇ ਇੱਕ ਮੈਡੀਸਨ ਲਾਂਚ ਕੀਤੀ ਸੀ ਪਤੰਜਲੀ ਨੇ, ਜਿਸ ਦਾ ਨਾਂ ਰੱਖਿਆ ਸੀ ਕੋਰੋਨਿਲ ਦੀ ਇਹ ਮੈਡੀਸਨ ਸੀ। ਤੇ ਦਾਵਾ ਇਹਨਾਂ ਦਾ ਇਹ ਸੀ ਰਾਮਦੇਵ ਦਾ। ਨਾਲ ਤੁਹਾਨੂੰ ਇਹ ਵੀ ਦੱਸਦਾ, ਮੈਨੂੰ ਉਹ ਵੀ ਗੱਲ ਯਾਦ ਆ ਗਈ ਕਿ ਜਦੋਂ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਇਹਨਾਂ ਨੇ ਕੋਰੋਨਿਲ ਨਾਮ ਦੀ ਇਹ ਦਵਾਈ ਲਾਂਚ ਕੀਤੀ ਸੀ, ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤ ਦੇ ਹੈਲਥ ਮਿਨਿਸਟਰ, ਭਾਰਤ ਦੇ ਸਿਹਤ ਮੰਤਰੀ ਹਰਸ਼ਵਰਧਨ ਵੀ ਬੈਠੇ ਸੀ ਤੇ ਇਸੇ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤ ਦੇ ਇੱਕ ਹੋਰ ਕੈਬਨਿਟ ਮੰਤਰੀ ਨਿਤਿਨ ਗਡਕਰੀ ਵੀ ਬੈਠੇ ਸੀ। ਤੇ ਉਸ ਵਕਤ ਇਹ ਦਵਾਈ ਆਈ ਸੀ ਤੇ ਉਸ ਵਕਤ ਇਹ ਵੀ ਕਿਹਾ ਸੀ ਰਾਮਦੇਵ ਨੇ, ਕਹਿੰਦੇ ਜਿਹੜੇ ਐਲੋਪੈਥੀ ਆ ਇਹ ਤਾਂ ਇੱਕ ਸਟੂਪਿਡ ਸਾਇੰਸ ਆ। ਔਰ ਇਸ ਟਿੱਪਣੀ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹਨਾਂ ਤੇ ਇਤਰਾਜ਼ ਕੀਤਾ ਸੀ, ਸਖਤ ਇਤਰਾਜ਼ ਕੀਤਾ ਸੀ, ਬਲਕਿ ਇਹਨਾਂ ਦੀ ਆਲੋਚਨਾ ਵੀ ਕੀਤੀ ਸੀ। ਬਾਅਦ ਦੇ ਵਿੱਚ ਪਤੰਜਲੀ ਯੋਗ ਪੀਠ ਦੇ ਜਨਰਲ ਸਕੱਤਰ ਨੇ ਆਚਾਰੀਆ ਬਾਲ ਕ੍ਰਿਸ਼ਨ, ਇਹਨਾਂ ਨੇ ਕਿਹਾ ਸੀ ਕਿ ਨਹੀਂ ਜੀ, ਉਹਨਾਂ ਦਾ ਮਤਲਬ ਇਹ ਨਹੀਂ ਸੀ, ਯਾਨੀ ਕਿ तमाम ਤਰ੍ਹਾਂ ਦੀ ਇਹਨਾਂ ਨੇ ਸਫਾਈ ਦਿੱਤੀ ਸੀ। ਮੈਂ ਸ਼ੁਰੂ ਦੇ ਵਿੱਚ ਲਾਲਾ ਰਾਮਦੇਵ ਕਿਹਾ ਸੀ ਕਿਉਂਕਿ ਇਹ ਵਪਾਰੀ ਬਣ ਗਏ। ਹੁਣ ਥੋੜਾ ਜਿਹਾ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਇਹ ਲਾਲਾ ਰਾਮਦੇਵ ਹੈ ਕਿਸ ਤਰ੍ਹਾਂ। ਰਾਮਦੇਵ ਵੱਲੋਂ ਚਲਾਈ ਜਾਂਦੀ ਜਿਹੜੀ ਪਤੰਜਲੀ ਯੋਗ ਪੀਠ ਕੰਪਨੀ ਆ, ਇਹਦਾ ਮਾਲੀਆ ਜਾਂ ਰੈਵਨਿਊ ਅਗਲੇ 5 ਸਾਲਾਂ ਵਿੱਚ 1 ਲੱਖ ਕਰੋੜ ਪਾਰ ਕਰ ਜਾਊਗਾ। ਤੁਸੀਂ ਆਪ ਸਮਝ ਸਕਦੇ ਹੋ ਕਿ ਕਿੰਨੀ ਰਿਚ ਜਾਂ ਕਿੰਨੀ ਅਮੀਰ ਇਹ ਕੰਪਨੀ ਆ।
ਵਿੱਤੀ ਸਾਲ ਸਨ 2022-23 ਦੇ ਵਿੱਚ ਪਤੰਜਲੀ ਯੋਗ ਪੀਠ ਦੀ ਕੰਪਨੀ ਦਾ ਮਾਲੀਆ 45,000 ਕਰੋੜ ਰੁਪਈਆ ਸੀ। ਸੋ ਜਦੋਂ ਇੰਨੇ ਕਰੋੜਾਂ ਦੀ ਕੰਪਨੀ ਹੋਵੇ ਤੇ ਫਿਰ ਤੁਸੀਂ ਆਪ ਸਮਝ ਸਕਦੇ ਹੋ, ਔਰ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਨੇੜਤਾ ਹੋਵੇ ਤੇ ਫਿਰ ਇਹ ਕਿਸੇ ਦੀ ਪਰਵਾਹ ਕਰਦੇ ਆ। ਸੋ ਅਸਲ ਦੇ ਵਿੱਚ ਲੋਕ ਇਸੇ ਕਰਕੇ ਇਹਨਾਂ ਨੂੰ ਕਹਿੰਦੇ ਆ ਕਿ ਇਹ ਹੁਣ ਬਾਬੇ ਨਹੀਂ, ਇਹ ਤਾਂ ਹੁਣ ਵਪਾਰੀ ਬਣ ਗਏ ਆ। ਰਾਮਦੇਵ ਨੇ ਸਨ 2014 ਦੇ ਵਿੱਚ ਕੇਂਦਰ ਦੀ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਮੋਦੀ ਸਰਕਾਰ ਕਾਲਾ ਧਨ ਵਾਪਸ ਲੈ ਕੇ ਆਊਗੀ। ਖੈਰ ਮੈਂ ਇਸ ਤੇ ਗੱਲ ਕਰੂੰਗਾ ਕਿ ਕਾਲਾ ਧਨ ਤਾਂ ਖੈਰ ਹਜੇ ਵਾਪਸ ਨਹੀਂ ਆਇਆ, ਪਰ ਸਨ 2017 ਦੇ ਵਿੱਚ ਇੱਕ ਕਿਤਾਬ ਲਾਂਚ ਕੀਤੀ ਗਈ ਸੀ। ਇੱਕ ਕਿਤਾਬ ਆਈ ਸੀ, ਉਹਦਾ ਨਾਮ ਸੀ, ਉਹਦਾ ਟਾਈਟਲ ਇਹ ਸੀ, ਗॉडमैन ਟੂ ਟਾਈਕੂਨ ਦ ਅਨਟੋਲਡ ਸਟੋਰੀ ਆਫ ਬਾਬਾ ਰਾਮਦੇਵ। ਜਦੋਂ ਇਹ ਕਿਤਾਬ ਮਾਰਕੀਟ 'ਚ ਹਜੇ ਆਉਣੀ ਸੀ, ਹਜੇ ਇਹਦੀ ਬuzz ਸੀ ਜਾਂ ਇਸ ਤਰ੍ਹਾਂ ਦਾ ਅੰਦੇਸ਼ਾ ਸੀ, ਸਾਰੇ ਪਾਸੇ ਲੋਕ ਗੱਲਾਂ ਕਰ ਰਹੇ ਸੀ ਤੇ ਇਸੇ ਰਾਮਦੇਵ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਇਹ ਕਿਤਾਬ ਮਾਰਕੀਟ ਦੇ ਵਿੱਚ ਨਾ ਆਏ, ਪਰ ਲੇਕਿਨ ਖੈਰ ਆਖਿਰਕਾਰ ਉਹ ਕਿਤਾਬ ਮਾਰਕੀਟ ਦੇ ਵਿੱਚ ਆ ਗਈ। 5 ਜੂਨ ਸਨ 2011, ਵੈਸੇ ਮੈਂ ਰਾਮਦੇਵ ਬਾਰੇ ਇਹ ਵੀ ਦੱਸਦਾ, ਅਕਸਰ ਲੋਕਾਂ ਨੂੰ ਉਹਨਾਂ ਦੀ ਉਮਰ ਬਾਰੇ ਨਹੀਂ ਪਤਾ ਤੇ ਮੇਰੀ ਵੀ ਕਈ ਵਾਰੀ ਉਹਨਾਂ ਨਾਲ ਗੱਲਬਾਤ ਹੋਈ ਹੈ। ਕਈ ਵਾਰੀ ਜਦੋਂ ਮੈਂ ਇੰਟਰਵਿਊ ਕੀਤਾ ਉਹਨਾਂ ਨੂੰ ਪਰਸਨਲ ਲੈਵਲ ਤੇ ਉਦੋਂ ਉਹਨਾਂ ਨੂੰ ਮੈਂ ਪੁੱਛੀ ਕਿ ਤੁਹਾਡੀ ਉਮਰ ਕਿੰਨੀ ਹੈ, ਉਹਨਾਂ ਨੇ ਕਦੇ ਦੱਸੀ ਨਹੀਂ। 58 ਤੋਂ 60 ਸਾਲ ਇਹਨਾਂ ਦੀ ਉਮਰ ਦੱਸੀ ਜਾਂਦੀ ਆ। ਤੁਸੀਂ ਯਾਦ ਕਰੋ ਸਨ 2011 ਦੇ ਵਿੱਚ 5 ਜੂਨ ਰਾਮਲੀਲਾ ਦਾ ਉਹ ਮੈਦਾਨ ਜਿੱਥੇ ਇੰਡੀਆ ਅਗੇਂਸਟ ਕਰਪਸ਼ਨ ਦੀ ਉਹ ਇੱਕ ਤਰ੍ਹਾਂ ਦੀ ਲਹਿਰ ਚੱਲ ਰਹੀ ਸੀ ਜਾਂ ਇੱਕ ਤਰ੍ਹਾਂ ਦੀ ਕੈਂਪੇਨ ਚੱਲ ਰਹੀ ਸੀ, ਰੈਲੀ ਚੱਲ ਰਹੀ ਸੀ ਜਾਂ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀ, ਤੇ ਜਦੋਂ ਉੱਥੇ ਦਿੱਲੀ ਪੁਲਿਸ ਆ ਜਾਂਦੀ ਹੈ ਖਾਕੀ ਵਰਦੀ ਦੇ ਵਿੱਚ ਤੇ ਇਹੀ ਰਾਮਦੇਵ ਉੱਥੋਂ ਭੱਜ ਗਏ ਸੀ। ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ ਤਾਂ ਕਿਸੇ ਔਰਤ ਦੇ ਕੱਪੜੇ ਪਾ ਕੇ ਭੱਜ ਗਿਆ। ਵੈਸੇ ਤੁਸੀਂ ਤਸਵੀਰ 'ਚ ਦੇਖ ਵੀ ਸਕਦੇ ਹੋ। 1 ਘੰਟਾ ਇਹਨਾਂ ਨੂੰ ਪੁਲਿਸ ਲੱਭਦੀ ਰਹੀ। 1 ਘੰਟੇ ਬਾਅਦ ਇਹਨਾਂ ਨੂੰ ਫੜ ਲਿਆ। ਰਾਮਦੇਵ ਕੋਲੇ ਕੋਈ ਜਵਾਬ ਨਹੀਂ ਸੀ ਕਿ ਤੁਹਾਨੂੰ ਭੱਜਣ ਦੀ ਕੀ ਲੋੜ ਸੀ, ਖੜ ਜਾਂਦੇ ਉੱਥੇ, ਤੁਸੀਂ ਨਾਅਰੇ ਤਾਂ ਲਾ ਹੀ ਰਹੇ ਸੀ। ਅੱਗੇ ਆ ਜਾਓ। ਰਾਮਦੇਵ ਉਹ ਸ਼ਖਸ ਨੇ ਕਿ ਸਨ 2015 ਦੇ ਵਿੱਚ ਇਹਨਾਂ ਨੇ ਇੱਕ ਦਵਾਈ ਕੱਢਤੀ ਸੀ, ਦਿਵਿਆ ਫਾਰਮੇਸੀ ਤੋਂ ਉਹ ਦਵਾਈ ਵਿਕਦੀ ਸੀ, ਪੁੱਤਰ ਜੀਵਕ ਬੀਜ ਨਾਮ। ਪੁੱਤਰ ਜੀਵਕ ਬੀਜ ਇਹਨਾਂ ਦੀ ਫਾਰਮੇਸੀ ਤੋਂ ਜਦੋਂ ਦਵਾਈ ਵਿਕਦੀ ਸੀ ਤੇ 28 ਜਨਵਰੀ ਸਨ 2015 ਨੂੰ ਹਿੰਦੁਸਤਾਨ ਟਾਈਮਜ਼ ਅਖਬਾਰ ਨੇ, ਉਹਨਾਂ ਦੇ ਉਸ ਵਕਤ ਜਰਨਲਿਸਟ ਹੁੰਦੇ ਸੀ ਵਿਸ਼ਵ ਭਾਰਤੀ, ਉਹਨਾਂ ਨੇ ਇਹ ਸਟੋਰੀ ਕੀਤੀ, ਇਹ ਖਬਰ ਕੀਤੀ ਕਿ ਕਿਸ ਤਰ੍ਹਾਂ ਇਹਨਾਂ ਦੀਆਂ ਫਾਰਮੇਸੀਜ਼ ਤੋਂ ਇਹ ਪੁੱਤਰ ਜੀਵਕ ਨਾਮ ਦੀ ਇਹ ਦਵਾਈ ਵਿਕਦੀ ਆ। ਔਰ ਇਸ ਦਾ ਦਾਅਵਾ ਇਹ ਆ ਕਿ ਜੇ ਤੁਸੀਂ ਇਹ ਦਵਾਈ ਲੈ ਲਓਗੇ ਤੇ ਤੁਹਾਡੇ ਪੱਕਾ ਮੁੰਡਾ ਹੀ ਹੋਊਗਾ। ਯਾਨੀ ਕਿ ਇੱਕ ਤਰ੍ਹਾਂ ਲੋਕਾਂ ਨੂੰ ਮੁੰਡੇ ਦੇ ਰਹੇ ਸੀ। ਉਹ ਤਾਂ ਕਰਨ ਸਿੰਘ ਦਲਾਲ ਨੇ, ਹਰਿਆਣੇ ਦੇ ਵਿੱਚ ਕਾਂਗਰਸ ਦੇ ਲੀਡਰ ਨੇ, ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਹਰਿਆਣੇ ਅਸੈਂਬਲੀ ਦੇ ਵਿੱਚ ਰੌਲਾ ਪਾਇਆ ਕਿਉਂਕਿ ਹਰਿਆਣਾ ਨੇ ਉਸ ਵਕਤ ਇਹਨਾਂ ਨੂੰ ਐਂਬੈਸਡਰ ਬਣਾਉਣ ਦਾ ਫੈਸਲਾ ਕੀਤਾ ਸੀ ਕਿ ਸਾਡੇ ਸੂਬੇ ਦੇ ਇਹ ਐਂਬੈਸਡਰ ਹੋਣਗੇ। ਤੇ ਉਹਨਾਂ ਦਿਨਾਂ ਦੇ ਵਿੱਚ ਹੀ ਨਰਿੰਦਰ ਮੋਦੀ ਸਰਕਾਰ ਨੇ ਬੇਟੀ ਪੜ੍ਹਾਓ ਤੇ ਬੇਟੀ ਬਚਾਓ ਜਾਂ ਇਸ ਤਰ੍ਹਾਂ ਦੀਆਂ ਸਕੀਮਾਂ ਨੂੰ ਵੀ ਲਾਂਚ ਕਰਨ ਦਾ ਫੈਸਲਾ ਕੀਤਾ ਸੀ। ਪਰ ਇਸੇ ਦੌਰਾਨ ਇਹਨਾਂ ਦੀ ਇਹ ਦਵਾਈ ਆਉਂਦੀ ਆ। ਖੈਰ ਬਾਅਦ ਦੇ ਵਿੱਚ ਇਹਨਾਂ ਨੇ ਸਫਾਈ ਦਿੱਤੀ, ਕਹਿੰਦੇ ਸਾਡਾ ਇਸ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਆ ਕਿ ਸਾਡੀ ਦਵਾਈ ਖਾਣ ਦੇ ਨਾਲ ਬਿਲਕੁਲ ਕੋਈ ਮੁੰਡਾ ਹੀ ਹੋਊਗਾ। ਸੋ ਇਹ ਵੀ ਵਿਵਾਦ ਇਹਨਾਂ ਦੇ ਨਾਲ ਸਨ 2015 ਚ ਜੁੜਿਆ ਰਿਹਾ। ਇਸੇ ਤਰ੍ਹਾਂ 31 ਮਾਰਚ ਸਨ 2022 ਦੇ ਵਿੱਚ ਇਹ ਤੁਸੀਂ ਵੀਡੀਓ ਦੇਖੋ, बड़ा इंटरेस्टिंग लगूगा। बाबा जी, आपने तो टीवी चैनल पर यह कहा था कि कौन सी सरकार आपको चाहिए, 40 रुपए पेट्रोल वाली सरकार, 300 रुपए सिलेंडर वाली सरकार। बाबा जी अच्छे भी कुछ आप ही ने कहा था सरकार बनी थी, आपने कहा था कि नहीं कहा था? बाबा जी मैंने कहा था, पूछ पड़ेगा मेरी। बाबा जी ਇਹਨਾਂ ਨੂੰ ਕਿਸੇ ਪੱਤਰਕਾਰ ਨੇ ਪੁੱਛ ਲਿਆ ਕਿ ਜਦੋਂ ਤੁਸੀਂ ਇਸ ਸਰਕਾਰ ਤੋਂ ਬਾਹਰ ਸੀ ਉਦੋਂ ਤਾਂ ਬੜੇ ਦਾਅਵੇ ਕਰਦੇ ਸੀ ਤੁਸੀਂ ਕਿ ਪੈਟਰੋਲ ਜਾਂ ਜਿਹੜੇ ਫਿਊਲ ਪ੍ਰਾਈਸਿਸ ਦਾ ਉਹ 40 ਰੁਪਏ ਪ੍ਰਤੀ ਲੀਟਰ ਹੋ ਜਾਣਗੇ, ਜਾਂ ਤੁਸੀਂ ਕਿਹਾ ਸੀ ਜਿਹੜਾ ਗੈਸ ਸਿਲੰਡਰ ਆ, ਕੁਕਿੰਗ ਗੈਸ ਸਿਲੰਡਰ, ਇਹ ਕੇਵਲ ਤੇ ਕੇਵਲ 300 ਰੁਪਏ ਦੇ ਹਿਸਾਬ ਨਾਲ ਮਿਲੂਗਾ। ਤੇ ਕੀ ਹੋਇਆ? ਤੁਸੀਂ ਤਾਂ ਕੁਝ ਕੀਤਾ ਹੀ ਨਹੀਂ। ਬਾਰ-ਬਾਰ ਸਵਾਲ ਪੁੱਛਣ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹੀ ਰਾਮਦੇਵ ਉਹਦੇ ਨਾਲ ਗੁੱਸੇ ਹੋ ਜਾਂਦੇ ਆ, ਬਲਕਿ ਉਹਨੂੰ ਕਹਿੰਦੇ ਆ ਕਿ ਤੂੰ ਇਹ ਸਵਾਲ ਪੁੱਛਣੇ ਬੰਦ ਕਰ।
ਸੋ ਇਹਨਾਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਰਾਮਦੇਵ ਜਾਂ ਇਹਨਾਂ ਦੀ ਜਿਹੜੀ ਕੰਪਨੀ ਆ ਉਹ ਕੋਈ ਪਿਛਲੇ ਇਤਿਹਾਸ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਵਿਵਾਦਾਂ ਤੋਂ ਦੂਰ ਨਹੀਂ ਰਹੀ, ਬਲਕਿ ਲਗਾਤਾਰ ਕਦੇ ਨਾ ਕਦੇ ਇਹ ਵਿਵਾਦ ਦੇ ਵਿੱਚ ਅਕਸਰ ਘਿਰਦੇ ਰਹਿੰਦੇ ਆ। ਬੀਤੇ ਕੱਲ ਸੁਪਰੀਮ ਕੋਰਟ ਦੇ ਇੱਕ ਹੋਰ ਡਿਵੀਜ਼ਨ ਬੈਂਚ ਨੇ ਕਿਸਾਨਾਂ ਨੂੰ ਲੈ ਕੇ ਜੋ ਟਿੱਪਣੀ ਕੀਤੀ ਆ ਉਸ ਨਾਲ ਕਿਸਾਨ ਬਹੁਤ ਮਾਯੂਸ ਵੀ ਹੋਏ ਨੇ, ਬਲਕਿ ਉਹ ਕਨਫਿਊਜ਼ ਵੀ ਹੋਏ ਨੇ। ਤੁਸੀਂ ਦੇਖੋ ਸੰਜੇ ਕਿਸ਼ਨ ਕੌਲ, ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਸੁਧਾਂਸ਼ੂ ਧੂਲੀਆ, ਇਹਨਾਂ ਦੋਨਾਂ ਦੀ ਡਿਵੀਜ਼ਨ ਬੈਂਚ ਸੀ। ਜਦੋਂ ਇਹਨਾਂ ਨੇ ਇਹ ਗੱਲ ਕਹੀ ਉਹ ਤਾਂ ਕਿਸਾਨਾਂ ਨੂੰ ਚੰਗੀ ਲੱਗੀ ਕਿ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਵਿਲਨ ਨਾ ਬਣਾਓ, ਉਹਨਾਂ ਨੂੰ ਖਲਨਾਇਕ ਨਾ ਬਣਾਓ, ਬਲਕਿ ਉਹਨਾਂ ਤੋਂ ਪੁੱਛੋ। ਇਹ ਜਸਟਿਸ ਸੁਧਾਂਸ਼ੂ ਧੂਲੀਆ ਨੇ ਇਹ ਗੱਲ ਸਪੈਸ਼ਲੀ ਕਹੀ ਸੀ ਉਹਨਾਂ ਦੇ ਵਿੱਚੋਂ, ਤੇ ਉਸ ਵਕਤ ਚੰਗਾ ਲੱਗਾ ਸੀ। ਬਾਅਦ ਦੇ ਵਿੱਚ ਜਦੋਂ ਦੁਬਾਰਾ ਇਸੇ ਡਿਵੀਜ਼ਨ ਦੀ ਟਿੱਪਣੀ ਆਉਂਦੀ ਆ ਔਰ ਇਹ ਕਹਿੰਦੇ ਨੇ ਕਿ ਕਿਸਾਨਾਂ ਦੀ MSP ਜਿਹਨੂੰ ਕਿ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਆ ਉਸ ਨੂੰ ਰੋਕ ਲਿਆ ਜਾਵੇ, ਜਾਂ ਕਿਸਾਨਾਂ ਨੂੰ ਜਿਹੜੀ ਸਬਸਿਡੀ ਮਿਲਦੀ ਆ ਉਸ ਨੂੰ ਰੋਕ ਲਿਆ ਜਾਵੇ ਤਾਂ ਕਿ ਉਹ ਪਰਾਲੀ ਨਾ ਸਾੜਨ, ਜਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਡਿਸਕਰੇਜ ਹੋਣ, ਜਾਂ ਉਹਨਾਂ ਨੂੰ ਲੱਗੇ ਕਿ ਜੇ ਅਸੀਂ ਸਾੜਾਂਗੇ ਸਾਡੀ MSP ਕਿਤੇ ਨਾ ਕਿਤੇ ਚਲੀ ਜਾਊਗੀ ਜਾਂ ਸਾਨੂੰ ਨਾ ਮਿਲੂਗੀ, ਇਸ ਕਰਕੇ ਸ਼ਾਇਦ ਉਹ ਹਟ ਜਾਣ। ਪਰ ਮੈਨੂੰ ਲੱਗਦਾ ਕਿ ਸ਼ਾਇਦ ਇਹਨਾਂ ਟਿੱਪਣੀਆਂ ਕਰਕੇ ਕਿਤੇ ਨਾ ਕਿਤੇ ਕਨਫਿਊਜ਼ਨ ਸਿਗਨਲ ਹੋਰ ਵੀ ਜਾਂਦਾ, ਕਿਉਂਕਿ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਹੋਰ ਵੀ ਟਿੱਪਣੀਆਂ ਕੀਤੀਆਂ ਨੇ। ਤੁਸੀਂ ਯਾਦ ਕਰੋ ਜਦੋਂ ਸੁਪਰੀਮ ਕੋਰਟ ਨੇ ਇਹ ਕਹਿਤਾ ਸੀ ਕਿ ਝੋਨਾ ਪੈਡੀ ਹੈ ਜਿਹੜੀ ਉਹ ਇੱਥੋਂ ਦੀ ਨੇਟਿਵ ਜਾਂ ਇੱਥੋਂ ਦੀ ਮੂਲ ਫਸਲ ਨਹੀਂ ਹੈ ਜਾਂ ਜੱਦੀ ਫਸਲ ਨਹੀਂ ਆ, ਜਦ ਕਿ ਇਹ ਸਾਰਿਆਂ ਨੂੰ ਪਤਾ, ਜਿੰਨੇ ਐਗਰੀਕਲਚਰ ਐਕਸਪਰਟਸ ਨੇ, ਕਿਸਾਨ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਅੰਮ੍ਰਿਤਸਰ, ਹੁਸ਼ਿਆਰਪੁਰ ਜਾਂ ਇਸ ਤਰ੍ਹਾਂ ਦਾ ਸਾਰਾ ਜਿਹੜਾ ਇਲਾਕਾ ਦੁਆਬਿਆ ਦਾ ਕਹਿ ਲਓ, ਮਾਝੇ ਦਾ ਕਹਿ ਲਓ, ਇਹ ਚੰਗੀ ਬਾਸਮਤੀ ਉਗਾਉਣ ਦੇ ਲਈ ਬਹੁਤ ਲਾਹੇਵੰਦ ਆ। ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦੋ ਰਾਏ ਨਹੀਂ ਹੈ। ਪਰ ਕੀ ਜਦੋਂ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ ਸੀ ਕਿ ਇਸ ਨੇਟਿਵ ਫਸਲ ਨੂੰ ਇੱਥੇ ਬੀਜਿਆ ਨਹੀਂ ਜਾਣਾ ਚਾਹੀਦਾ ਜਾਂ ਇੱਥੋਂ ਦੀ ਇਹ ਨੇਟਿਵ ਫਸਲ ਨਹੀਂ ਆ, ਕੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਰਿਸਰਚ ਦਾ ਹਵਾਲਾ ਦਿੱਤਾ ਸੀ, ਕਿਸੇ ਐਕਸਪਰਟ ਤੋਂ ਜਾਂ ਟੀਮ ਆਫ ਐਕਸਪਰਟਸ ਤੋਂ ਕਿਸੇ ਤਰ੍ਹਾਂ ਦੀ ਕੋਈ ਰਾਏ ਲਈ ਸੀ? ਜੇ ਰਾਏ ਲਈ ਹੁੰਦੀ ਤਾਂ ਘੱਟੋ ਘੱਟ ਕਿਸਾਨਾਂ ਨੂੰ ਜਾਂ ਸਰਕਾਰਾਂ ਨੂੰ ਦੱਸਿਆ ਜਾ ਸਕਦਾ। ਕੇਵਲ ਤੇ ਕੇਵਲ ਇਸ ਲਈ ਤੁਸੀਂ ਇਹ ਗੱਲ ਕਹਿ ਰਹੇ ਹੋ ਕਿਉਂਕਿ ਝੋਨੇ ਤੋਂ ਬਾਅਦ ਫਿਰ ਪਰਾਲੀ ਹੁੰਦੀ ਹੈ ਤੇ ਪਰਾਲੀ ਜਦੋਂ ਸੜਦੀ ਹੈ ਉਸ ਨਾਲ ਧੂਆਂ ਫੈਲਦਾ। ਇਸ ਤੋਂ ਇਲਾਵਾ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਕਿ ਇਹ ਫਸਲ ਹਟਾ ਦਿਓ, ਡਾਈਵਰਸੀਫਾਈ ਕਰ ਦਿਓ। ਸੁਪਰੀਮ ਕੋਰਟ ਕਹਿੰਦਾ ਕਿ ਇਸ ਉੱਤੇ ਕੋਈ ਕਮੇਟੀ ਬਿਠਾਈ ਗਈ ਹੈ ਕਿ ਕਿਹੜੀ ਫਸਲ ਉਗਾਉਣੀ ਚਾਹੀਦੀ ਹੈ ਤੇ ਕਿਹੜੀ ਫਸਲ ਦਾ ਸੁਪਰੀਮ ਕੋਰਟ ਤਾਂ ਚਲੋ ਨਹੀਂ ਕਰੇਗਾ, ਕੇਂਦਰ ਸਰਕਾਰ ਉਹਨਾਂ ਨੂੰ ਵਾਜਬ ਮੁੱਲ ਦੇਗੀ, MSP ਦੇਗੀ, ਮਿਨੀਮਮ ਸਪੋਰਟ ਪ੍ਰਾਈਸ ਦੇਗੀ। ਅੱਜ ਵੀ ਜਿਹੜਾ ਕਿਸਾਨ ਆ, ਚਾਹੇ ਉਹ ਪੰਜਾਬ ਦਾ ਕਿਸਾਨ ਹੋਵੇ, ਹਰਿਆਣੇ ਦਾ ਜਾਂ ਦੂਸਰੇ ਸੂਬਿਆਂ ਦਾ, ਉਹ ਲਗਾਤਾਰ ਲੜਾਈ ਲੜ ਰਿਹਾ ਕਿ ਉਹਨੂੰ MSP ਮਿਲ ਜੇ। ਪਰ ਅੱਜ ਤੱਕ ਕੇਂਦਰ ਸਰਕਾਰ ਨੇ ਜਾਂ ਕਿਸੇ ਵੀ ਸੂਬਾ ਸਰਕਾਰਾਂ ਨੇ, ਹਾਂ ਕੁਝ ਇੱਕ ਸਟੇਟਸ ਜ਼ਰੂਰ ਆ ਜਿਨ੍ਹਾਂ ਨੇ ਸਬਜ਼ੀਆਂ ਤੇ ਵੈਜੀਟੇਬਲਸ ਤੇ ਖਾਸ ਤੌਰ ਤੇ ਦੱਖਣੀ ਭਾਰਤ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਨਾਂ ਨੂੰ MSP ਮਿਲੇ, ਪਰ ਸਾਡੇ ਤਾਂ ਇੱਥੇ ਹੈ ਹੀ ਨਹੀਂ। 23 ਫਸਲਾਂ ਤੇ ਹਰ ਸਾਲ MSP ਅਨਾਉਂਸ ਹੁੰਦੀ ਹੈ, ਐਲਾਨ ਹੁੰਦਾ, ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕੇਵਲ 2 ਫਸਲਾਂ ਤੇ ਮਿਲਦੀ ਆ, ਝੋਨੇ ਤੇ ਕਣਕ ਤੇ, ਕਿਉਂਕਿ ਇਹ ਫਸਲਾਂ ਖਰੀਦੀਆਂ ਜਾਂਦੀਆਂ ਨੇ। ਅੱਗੇ ਆ ਜਾਓ, ਗੱਲ ਕੱਲੀ ਇੱਥੇ ਖਤਮ ਨਹੀਂ ਹੁੰਦੀ। ਪਿਛਲੇ ਦਿਨਾਂ ਦੇ ਵਿੱਚ ਇਸੇ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਸੀ, ਬਲਕਿ ਉਹਨਾਂ ਨੇ ਤਾਂ ਇੱਕ ਤਰ੍ਹਾਂ ਦਾ ਆਰਡਰ ਪਾਸ ਕੀਤਾ ਸੀ, ਕਿਸੇ ਵੀ ਸੂਬੇ ਦੇ ਵਿੱਚ ਜੇ ਪਰਾਲੀ ਸਾੜੀ ਜਾਊਗੀ ਤੇ ਉੱਥੋਂ ਦੇ ਚੀਫ ਸੈਕਟਰੀ ਨੂੰ, ਉੱਥੋਂ ਦੇ DGP ਨੂੰ, ਇੱਥੋਂ ਤੱਕ ਕਿ SHO ਲੈਵਲ ਦੇ ਅਧਿਕਾਰੀ ਨੂੰ ਇੱਕ ਤਰ੍ਹਾਂ ਦਾ ਕਿਹਾ ਸੀ ਕਿ ਜੇ ਉੱਥੇ ਪਰਾਲੀ ਸਾੜਨੋਂ ਬੰਦ ਨਾ ਹੋਈ ਜਾਂ ਨਾ ਰੁਕੀ ਤੇ ਤੁਹਾਨੂੰ ਅਸੀਂ ਬੁਲਾਵਾਂਗੇ, ਤੁਹਾਡੀ ਜਵਾਬਦਲਵੀ ਅਸੀਂ ਕਰਾਂਗੇ। ਤੇ ਉਹਨਾਂ ਨੇ ਕੀ ਕੀਤਾ? ਧੜਾ ਧੜ ਕੇਸ ਰਜਿਸਟਰ ਕਰਨੇ ਸ਼ੁਰੂ ਕਰਤੇ। ਪਰ ਕਦੇ ਸੁਪਰੀਮ ਕੋਰਟ ਨੇ ਇਹ ਗੱਲ ਦੇਖੀ ਹੈ ਕਿ ਜਦੋਂ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ, ਨਵੰਬਰ ਸਨ 2019 ਦੇ ਵਿੱਚ ਇਸੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿਓ, ਕੰਪਨਸੇਟ ਕਰੋ ਤਾਂ ਕਿ ਉਹ ਆਪਣੇ ਪਰਾਲੀ ਨੂੰ ਮੈਨੇਜ ਕਰ ਸਕਣ, ਉਹਦਾ ਕੋਈ ਪ੍ਰਬੰਧ ਕਰ ਸਕਣ। ਇਸ ਬਾਰੇ ਤਾਂ ਕਦੇ ਸੁਪਰੀਮ ਕੋਰਟ ਨੇ ਸਰਕਾਰਾਂ ਦੀ ਖਿਚਾਈ ਨਹੀਂ ਕੀਤੀ, ਨਾ ਹੀ ਕੇਂਦਰ ਸਰਕਾਰ ਦੀ ਖਿਚਾਈ ਕੀਤੀ ਹੈ, ਨਾ ਹੀ ਤੁਸੀਂ ਸੂਬਾ ਸਰਕਾਰ ਦੀ ਖਿਚਾਈ ਕੀਤੀ ਹੈ।
ਸਾਡੀ ਪੰਜਾਬ ਸਰਕਾਰ, ਸੂਬਾ ਸਰਕਾਰ ਨੇ ਵੀ ਇੱਕ ਤਰ੍ਹਾਂ ਦਾ ਇਹ ਦਾਅਵਾ ਕੀਤਾ ਸੀ, ਬਲਕਿ ਵਾਅਦਾ ਕੀਤਾ ਸੀ ਕਿ ਅਸੀਂ ਪਰਾਲੀ ਮੈਨੇਜ ਕਰਨ ਲਈ ਘੱਟੋ ਘੱਟ 2,500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਵਾਂਗੇ। ਕੀ ਉਹ ਦਿੱਤਾ ਗਿਆ? ਇਸ ਬਾਰੇ ਸੁਪਰੀਮ ਕੋਰਟ ਨੇ ਕਦੇ ਕਿਉਂ ਨਹੀਂ ਸੋਚਿਆ? ਤੁਸੀਂ ਅੱਗੇ ਦੇਖੋ, ਕਿਸਾਨ ਤਾਂ ਵੈਸੇ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੰਗਦਾ ਸੀ, ਉਹਨਾਂ ਦੀ ਇਹ ਵੀ ਗੱਲ ਕਦੇ ਨਹੀਂ ਗੌਲੀ। ਅੱਗੇ ਆ ਜਾਓ, ਸਤੰਬਰ ਸਨ 2020 ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਗੱਲ ਕਹੀ ਸੀ, ਤੇ ਇੱਕ এনवायरमेंट ਪੋਲਿਊਸ਼ਨ ਪ੍ਰੀਵੈਂਸ਼ਨ ਐਂਡ ਕੰਟਰੋਲ ਅਥਾਰਟੀ, ਜੋ ਕਿ ਸੁਪਰੀਮ ਕੋਰਟ ਵੱਲੋਂ ਸਥਾਪਿਤ ਪੋਲਿਊਸ਼ਨ ਕੰਟਰੋਲ ਅਥਾਰਟੀ ਸੀ, ਉਹਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਪੋਰਟ ਦਾਖਲ ਕਰਤੀ। ਕਹਿੰਦੇ ਜੀ ਇਹ ਤਾਂ ਵਾਇਬਲ ਹੀ ਨਹੀਂ ਆ, ਅਸੀਂ ਤਾਂ 100 ਰੁਪਏ ਵੀ ਨਹੀਂ ਦੇ ਸਕਦੇ, ਕਿਸਾਨਾਂ ਨੂੰ ਇਹ ਮਿਲਣਾ ਹੀ ਨਹੀਂ ਚਾਹੀਦਾ। ਤੁਸੀਂ ਕਿਸਾਨਾਂ ਨੂੰ ਕੁਛ ਨਾ ਦਿਓ, ਪਰ ਕਿਸਾਨਾਂ ਤੋਂ ਇਹ ਤਵੱਕੋ ਕਰੋ ਜਾਂ ਇਹ ਉਮੀਦ ਰੱਖੋ ਕਿ ਛੋਟੇ ਤੋਂ ਛੋਟਾ ਕਿਸਾਨ ਜਿਹਦੇ ਕੋਲ 1 ਏਕੜ ਆ, 1.5 ਏਕੜ ਆ, 2 ਏਕੜ ਆ, ਉਹ ਆਪਣੀ ਪਰਾਲੀ ਵੀ ਮੈਨੇਜ ਕਰੇ, ਸਾਰਾ ਕੁਝ ਮੈਨੇਜ ਕਰੇ। ਤੇ ਜੇ ਉਸ ਨੂੰ ਮਜਬੂਰੀ ਦੇ ਵਿੱਚ ਅੱਗ ਲਾਉਣੀ ਪੈ ਜਾਏ ਤੇ ਫਿਰ ਤੁਸੀਂ ਉਸ ਤੇ ਕੇਸ ਦਰਜ ਕਰ ਦਿਓ। ਤੁਸੀਂ ਇਸੇ ਸੁਪਰੀਮ ਕੋਰਟ ਨੂੰ ਦੇਖਣਾ ਚਾਹੀਦਾ ਕਿ ਕੇਂਦਰ ਸਰਕਾਰ ਨੇ ਖੁਦ ਇੱਕ ਹਲਫਨਾਮਾ ਦਿੱਤਾ ਸੀ ਇਸੇ ਸੁਪਰੀਮ ਕੋਰਟ ਦੇ ਵਿੱਚ, ਔਰ ਇਸੇ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦਾ ਜਿਹੜਾ ਧੂਆਂ, ਜਿਹੜਾ ਪਰਾਲੀ ਸਾੜਨ ਦੇ ਨਾਲ, ਉਹ ਕੇਵਲ ਤੇ ਕੇਵਲ 4 ਤੋਂ ਲੈ ਕੇ 10% ਤੱਕ ਦਿੱਲੀ ਦੇ ਵਿੱਚ ਪ੍ਰਦੂਸ਼ਣ ਲਈ ਜ਼ਿੰਮੇਵਾਰ ਆ। ਉਸ ਰਿਪੋਰਟ ਦਾ ਕੋਈ ਹਵਾਲਾ ਨਹੀਂ ਦਿੰਦਾ, ਜਦ ਕਿ ਐਫੀਡੇਵਿਟ ਫਾਈਲ ਕੀਤਾ ਹੋਇਆ, ਇੱਕ ਹਲਫਨਾਮਾ ਦਾਇਰ ਕੀਤਾ ਹੋਇਆ ਕੇਂਦਰ ਸਰਕਾਰ ਵੱਲੋਂ। ਲੇਕਿਨ ਇਸੇ ਤਰ੍ਹਾਂ ਬਾਰ-ਬਾਰ ਇੱਕ ਪਾਸੇ ਇਹ ਟਿੱਪਣੀਆਂ ਆਉਂਦੀਆਂ ਨੇ ਤੇ ਦੂਸਰੇ ਪਾਸੇ ਕਿਸਾਨਾਂ ਨੂੰ ਖਲਨਾਇਕ ਬਣਾਇਆ ਜਾ ਰਿਹਾ। ਅੱਗੇ ਆ ਜਾਓ, ਇਸ ਤੋਂ ਇਲਾਵਾ ਇਹੀ ਸੁਪਰੀਮ ਕੋਰਟ ਕਹਿੰਦਾ ਕਿ ਤੁਸੀਂ ਮਸ਼ੀਨਰੀ ਦਾ ਵਰਤੋਂ ਕਰੋ, ਮਸ਼ੀਨਰੀ ਨਾਲ ਆਪਣੇ ਪਰਾਲੀ ਨੂੰ ਮੈਨੇਜ ਕਰੋ, ਉਹਦਾ ਪ੍ਰਬੰਧ ਕਰੋ। ਕੀ ਤੁਹਾਨੂੰ ਪਤਾ ਕਿ ਪੰਜਾਬ ਤੇ ਕੇਂਦਰ ਸਰਕਾਰ ਨੇ ਕਿੰਨਾ ਪੈਸਾ ਦਿੱਤਾ ਇਹਨਾਂ ਮਸ਼ੀਨਾਂ ਨੂੰ ਖਰੀਦਣ ਲਈ? ਲੇਕਿਨ ਪਿਛਲੇ ਸਾਲ ਅਗਸਤ ਦੇ ਮਹੀਨੇ ਦੇ ਵਿੱਚ ਪਹਿਲੀ ਵਾਰੀ ਇਹ ਪਤਾ ਲੱਗਾ ਸੀ ਕਿ 90,422 ਮਸ਼ੀਨਾਂ ਆਈਆਂ, ਉਹਦੇ ਵਿੱਚੋਂ 11,275 ਮਸ਼ੀਨਾਂ ਗਾਇਬ ਨੇ, ਔਰ ਜਿਹੜੀਆਂ ਬਾਕੀ ਵੀ ਮਸ਼ੀਨਾਂ ਸੀ ਉਹ ਖਾਸ ਤੌਰ ਤੇ ਛੋਟੇ ਕਿਸਾਨਾਂ ਤੱਕ ਪਹੁੰਚੀਆਂ ਹੀ ਨਹੀਂ। ਲਗਭਗ 150 ਕਰੋੜ ਦਾ ਇਹ ਘਪਲਾ ਹੋਇਆ, ਔਰ ਕੇਂਦਰ ਸਰਕਾਰ ਤੋਂ ਸਨ 2018-19 ਤੇ ਸਨ 2021-22 ਦੇ ਵਿੱਚ 1078 ਕਰੋੜ ਰੁਪਇਆ ਇਹਨਾਂ ਮਸ਼ੀਨਾਂ ਲਈ ਆਇਆ ਸੀ। ਉਸ ਦਾ ਕੀ ਬਣਿਆ? ਮੈਨੂੰ ਯਾਦ ਆ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਹੁੰਦੇ ਸੀ ਪੰਜਾਬ ਦੇ, ਹੁਣ ਤਾਂ ਖੈਰ ਉਹਨਾਂ ਕੋਲੇ ਚਾਰਜ ਰਿਹਾ ਨਹੀਂ, ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਸ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਤੋਂ ਕਰਾਵਾਂਗੇ। ਅੱਜ ਤੱਕ ਉਹ ਜਾਂਚ ਨਹੀਂ ਹੋਈ। ਜਦੋਂ ਚੀਫ ਸੈਕਟਰੀ ਤੋਂ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਜਾਂਚ ਕਰ ਰਹੇ ਹੋ, ਪਤਾ ਲੱਗਾ ਕਿ ਖੇਤੀਬਾੜੀ ਮਹਿਕਮੇ ਨੇ ਇਹ ਸਾਰਾ ਜਿਹੜਾ ਰੈਕਡ ਹੈ ਇਹਦੇ ਨਾਲ ਸੰਬੰਧਿਤ ਉਹ ਭੇਜਿਆ ਹੀ ਨਹੀਂ। ਸੋ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਬਾਰ-ਬਾਰ ਕੇਵਲ ਤੇ ਕੇਵਲ ਸਾਰੀ ਚੀਜ਼ ਲਈ ਕਿਸਾਨਾਂ ਨੂੰ ਖਲਨਾਇਕ ਬਣਾ ਰਹੇ ਹੋ ਜਾਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹੋ। ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਇਹ ਜਿਹੜੇ ਸਾਰੇ ਸਿਗਨਲਸ ਨੇ ਉਹ ਕਨਫਿਊਜ਼ਿੰਗ ਨੇ, ਉਹਨਾਂ ਦੀਆਂ ਸਟੇਟਮੈਂਟਸ ਕਨਫਿਊਜ਼ਿੰਗ ਆ। ਘੱਟੋ ਘੱਟ ਸਾਰੇ ਐਕਸਪਰਟਸ ਦੀ ਰਾਏ ਲਓ ਔਰ ਸਾਰੀਆਂ ਸਰਕਾਰਾਂ ਨੂੰ ਪੁੱਛੋ ਕਿ ਤੁਸੀਂ ਇਹਨਾਂ ਕਿਸਾਨਾਂ ਦੀ ਮਦਦ ਕੀ ਕਰ ਰਹੇ ਹੋ? ਕੀ ਤੁਸੀਂ ਮਸ਼ੀਨਾਂ ਦੇ ਰਹੇ ਹੋ? ਕੀ ਤੁਸੀਂ ਕੰਪਨਸੇਸ਼ਨ ਦਾ ਪੈਸਾ ਦੇ ਰਹੇ ਹੋ? ਕੇਵਲ ਤੇ ਕੇਵਲ ਜੇ ਤੁਸੀਂ ਇਹ ਸੋਚਦੇ ਹੋ ਕਿ ਇਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਇਹ ਮਾਮਲਾ ਹੱਲ ਹੋ ਜਾਊਗਾ, ਇਦਾਂ ਹੋਣਾ ਨਹੀਂ। ਹੁਣ ਵਕਤ ਹੋ ਗਿਆ ਅੱਜ ਦੇ ਉਹਨਾਂ ਕਮੈਂਟਸ ਤੇ ਜਿਹੜੇ ਤੁਸੀਂ ਬੀਤੇ ਕੱਲ ਵਾਲੇ ਸਾਡੇ ਪ੍ਰੋਗਰਾਮ ਲਈ ਭੇਜੇ ਨੇ। ਇਸ ਦੇ ਵਿੱਚ @ਅਜਮੇਰ ਢਿੱਲੋਂ 3013 ਇਹਨਾਂ ਦਾ ਸਾਡੇ ਲਈ ਕਮੈਂਟ ਆ। ਕਹਿੰਦੇ ਇਹ ਬਾਬੇ ਘੱਟ ਵੋਟ ਬੈਂਕ ਜ਼ਿਆਦਾ ਨੇ। ਬੀਤੇ ਕੱਲ ਅਸੀਂ ਗੱਲ ਕੀਤੀ ਸੀ ਕਿਸ ਤਰ੍ਹਾਂ ਗੁਰਮੀਤ ਰਾਮ ਰਹੀਮ ਸਿੰਘ ਸਿਰਸਾ ਡੇਰੇ ਦੇ ਮੁਖੀ ਆ, ਉਸ ਸਬੰਧ ਦੇ ਵਿੱਚ ਇਹਨਾਂ ਨੇ ਇੱਕ ਕਮੈਂਟ ਭੇਜਿਆ ਕਿ ਇਹ ਬਾਬੇ ਘੱਟ ਆ, ਵੋਟ ਬੈਂਕ ਜ਼ਿਆਦਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇੱਕ ਆਮ ਵਿਅਕਤੀ, ਹਰ ਕੋਈ ਵਿਅਕਤੀ ਇਸ ਗੱਲ ਨੂੰ ਸਮਝਦਾ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਸਾਡੇ ਸਮਾਜ ਦਾ ਕਿੰਨਾ ਨੁਕਸਾਨ ਹੋ ਰਿਹਾ? ਇਸ ਤਰ੍ਹਾਂ ਦੇ ਜਦੋਂ ਡੇਰਾ ਮੁਖੀ ਜਾਂ ਕੋਈ ਵੀ ਵਿਅਕਤੀ ਜਿਹੜਾ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ, ਜਿਹੜਾ ਕਤਲ ਦੇ ਦੋਸ਼ਾਂ ਦੇ ਵਿੱਚ ਅੰਦਰ ਸਜ਼ਾ ਭੁਗਤ ਰਿਹਾ, ਜਦੋਂ ਉਹਨੂੰ ਬਾਰ-ਬਾਰ ਬਾਹਰ ਕੱਢਿਆ ਜਾਂਦਾ ਜੇਲ੍ਹ ਤੋਂ, ਤੇ ਇਹ ਸਮਾਜ ਲਈ ਕੋਈ ਵਧੀਆ ਮੈਸੇਜ ਨਹੀਂ ਦਿੰਦਾ। ਅਗਲਾ ਜਿਹੜਾ ਸਾਡਾ ਕਮੈਂਟ ਆ ਉਹ ਭੇਜਿਆ ਹੈ ਸਰਬਪਾਲ ਬੋਪਾਰਾਏ 2431। ਇਹ ਵੈਸੇ ਤਾਂ ਅੰਗਰੇਜ਼ੀ ਦੇ ਵਿੱਚ ਸੀ। ਇਹਨਾਂ ਨੇ ਲਿਖਿਆ ਕਿ ਭਾਜਪਾ ਦੇ ਰਾਜ ਵਾਲੇ ਸੂਬੇ ਘੱਟ ਗਿਣਤੀਆਂ ਅਤੇ ਵਿਰੋਧੀ
ਪਾਰਟੀਆਂ ਲਈ ਸੁਰੱਖਿਅਤ ਨਹੀਂ ਆ। ਦੇਖੋ ਮੈਸੇਜ ਤਾਂ ਹਜੇ ਤੱਕ ਇਹੀ ਜਾ ਰਿਹਾ, ਜਿਸ ਤਰ੍ਹਾਂ ਮਿਨੋਰਿਟੀਜ਼ ਆ, ਚਾਹੇ ਉਹ ਤੁਸੀਂ ਮਨੀਪੁਰ ਦੇ ਵਿੱਚ ਕ੍ਰਿਸਚੀਅਨਸ ਨੂੰ ਲੈ ਲਓ ਜਾਂ ਭਾਰਤ ਦੇ ਵਿੱਚ ਮੁਸਲਿਮਸ ਨੂੰ ਲੈ ਲਓ, ਕਿਤੇ ਕਿਤੇ ਇਸੇ ਤਰ੍ਹਾਂ ਦੀਆਂ ਆਵਾਜ਼ਾਂ ਸਿੱਖ ਭਾਈਚਾਰੇ ਤੋਂ ਵੀ ਉੱਠਦੀਆਂ ਨੇ ਜਾਂ ਹੋਰ ਭਾਈਚਾਰਿਆਂ ਤੋਂ ਉੱਠਦੀਆਂ ਨੇ। ਤੇ ਜਦੋਂ ਇਹ ਮਿਨੋਰਿਟੀਜ਼ ਆ, ਜਦੋਂ ਇਹ ਕਹਿਣ ਲੱਗ ਜਾਣਗੀਆਂ ਕਿ ਅਸੀਂ ਸੁਰੱਖਿਅਤ ਨਹੀਂ ਆ, ਤਾਂ ਫਿਰ ਇਸ ਤਰ੍ਹਾਂ ਦੇ ਸਵਾਲ ਤਾਂ ਉੱਠਣਗੇ ਹੀ ਉੱਠਣਗੇ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।